ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 5 ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 4 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਹਰ ਇੱਕ ਸਬਜੈਕਟ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਅਤੇ ਜਾ ਕੇ ਸਾਰੀਆਂ ਅਟੈਂਡ ਜ਼ਰੂਰ ਕਰਿਓ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਕੁਐਸਚਨ ਹੈ, ਸੱਚ ਦੇ ਪ੍ਰਯੋਗ ਮਸ਼ਹੂਰ ਕਿਤਾਬ ਕਿਸ ਨੇ ਲਿਖੀ ਹੈ? ਮਾਈ ਐਕਸਪੈਰੀਮੈਂਟ ਵਿਦ ਟਰੁੱਥ ਨੇਮਡ ਫੇਮਸ ਬੁੱਕ ਇਜ਼ ਰਿਟਨ ਬਾਈ ਹੂਮ? ਰਵਿੰਦਰਨਾਥ ਟੈਗੋਰ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਜਾਂ ਸੁਭਾਸ਼ ਚੰਦਰ ਬੋਸ? ਇਹਨੂੰ ਹਿੰਦੀ ਦੇ ਵਿੱਚ ਸੱਤੇ ਕੇ ਪ੍ਰਯੋਗ ਵੀ ਆਪਾਂ ਕਹਿੰਦੇ ਹਾਂ, ਅਤੇ ਪੰਜਾਬੀ ਦੇ ਵਿੱਚ ਸੱਚ ਦੇ ਪ੍ਰਯੋਗ, ਅਤੇ ਇੰਗਲਿਸ਼ ਦੇ ਵਿੱਚ ਇਹਨੂੰ ਮਾਈ ਐਕਸਪੈਰੀਮੈਂਟ ਵਿਦ ਟਰੁੱਥ ਕਿਹਾ ਜਾਂਦਾ ਹੈ। ਤਾਂ ਬਹੁਤ ਇੰਪੋਰਟੈਂਟ, ਬਹੁਤ ਫੇਮਸ ਬੁੱਕ ਹੈ ਇਹ। ਇਹਦੇ ਬਾਰੇ ਵਾਰ-ਵਾਰ ਤੁਹਾਨੂੰ ਪੁੱਛਿਆ ਜਾਂਦਾ, ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਜਿਹੜੀ ਬੁੱਕ ਹੈ ਕਿਹਨੇ ਲਿਖੀ ਹੈ? ਇਹ ਲਿਖੀ ਆਪਣੇ ਮਹਾਤਮਾ ਗਾਂਧੀ ਨੇ, ਠੀਕ ਹੈ ਜੀ। ਇੱਕ ਇਹ ਬੁੱਕ ਦੀ ਖਾਸੀਅਤ ਹੋਰ ਕੀ ਹੈ? ਇਹ ਮਹਾਤਮਾ ਗਾਂਧੀ ਦੀ ਆਟੋਬਾਇਓਗ੍ਰਾਫੀ ਹੈ, ਠੀਕ ਹੈ ਜੀ। ਤਾਂ ਇਹ ਮਹਾਤਮਾ ਗਾਂਧੀ ਦੀ ਆਟੋਬਾਇਓਗ੍ਰਾਫੀ ਹੈ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਜਿਹੜੀ ਇਹ ਸੱਤਿਆ ਕੇ ਪ੍ਰਯੋਗ ਜਾਂ ਸੱਚ ਦੇ ਪ੍ਰਯੋਗ ਹੈ ਇਹ, ਤਾਂ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਤਾਂ ਆਟੋਬਾਇਓਗ੍ਰਾਫੀ ਇਹ ਮਹਾਤਮਾ ਗਾਂਧੀ ਦੀ, ਸੱਚ ਦੇ ਪ੍ਰਯੋਗ, ਮਾਈ ਐਕਸਪੈਰੀਮੈਂਟ ਵਿਦ ਟਰੁੱਥ। ਤਾਂ ਆਨਸਰ ਨੰਬਰ 2 ਇਹਦਾ ਆਨਸਰ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ? ਵੈਨ ਦਿੱਲੀ ਬਿਕਮ ਦੀ ਕੈਪੀਟਲ ਆਫ ਇੰਡੀਆ? 1911, 1919, 1920 ਜਾਂ 1857? ਠੀਕ ਹੈ ਜੀ। ਇਹਦੇ ਬਾਰੇ ਮੋਸਟਲੀ ਸਟੂਡੈਂਟਸ ਨੂੰ ਪਤਾ ਹੀ ਹੋਣਾ, ਠੀਕ ਹੈ ਜੀ, ਕਿਉਂਕਿ ਸਟੂਡੈਂਟਸ ਤਿਆਰੀ ਕਰ ਰਹੇ ਨੇ। ਤਾਂ ਜਿਹੜੇ ਸਟੂਡੈਂਟਸ ਦੀ ਵਧੀਆ ਤਿਆਰੀ ਤਾਂ ਉਹਨਾਂ ਨੂੰ ਇਹ ਕੁਐਸਚਨ ਦਾ ਆਰਾਮ ਨਾਲ ਉਹ ਅਟੈਂਪਟ ਕਰ ਦੇਣਗੇ। ਉਹਨਾਂ ਦੇ ਲਈ ਇਹ ਵੀ ਮਤਲਬ ਇਹ ਵਧੀਆ ਇਹ ਜੇਕਰ ਉਹ ਵੀਡੀਓ ਇਹ ਅਟੈਂਡ ਕਰ ਰਹੇ ਨੇ, ਤਾਂ ਇਹ ਚੀਜ਼ ਉਹਨਾਂ ਦੀ ਵਧੀਆ ਕਿ ਉਹਨਾਂ ਦੀ ਰਿਵੀਜ਼ਨ ਬਹੁਤ ਵਧੀਆ ਹੋ ਜਾਣੀ ਹੈ ਜੇਕਰ ਉਹ ਸਾਰੀਆਂ ਵੀਡੀਓਜ਼ ਆਪਣੀਆਂ ਦੇਖਣਗੇ। ਤਾਂ ਜਿਨ੍ਹਾਂ ਸਟੂਡੈਂਟਸ ਦੀ ਤਿਆਰੀ ਹੈ ਉਹਨਾਂ ਦੇ ਲਈ ਇਹ ਇੱਕ ਤਰ੍ਹਾਂ ਦੇ ਰਿਵੀਜ਼ਨ ਬੈਚ ਨੇ, ਠੀਕ ਹੈ ਜੀ। ਤਾਂ ਜਿਹੜੇ ਸਟੂਡੈਂਟ ਨਿਊ ਨੇ ਉਹਨਾਂ ਦੇ ਲਈ ਇਹ ਬੇਸਿਕ ਕੁਐਸਚਨ ਨੇ, ਇੱਥੋਂ ਆਪਾਂ ਸਟਾਰਟਿੰਗ ਕਰਨੀ ਹੈ, ਠੀਕ ਹੈ ਜੀ। ਤਾਂ ਲੂਸੈਂਟ ਜੀਕੇ ਦੇ ਆਪਾਂ ਸਾਰੇ ਕੁਐਸਚਨ ਅਟੈਂਪਟ ਕਰਾਂਗੇ, ਬੇਸ਼ੱਕ ਉਹ ਜਿੰਨੇ ਵੀ ਹੋਣ, ਠੀਕ ਹੈ ਜੀ। ਤਾਂ ਉਹ ਆਪਾਂ ਜਿੰਨੇ ਵੀ ਤੁਹਾਡੇ ਲਈ ਇੰਪੋਰਟੈਂਟ ਨੇ, ਸਿਰਫ ਉਹ ਕੁਐਸਚਨ ਆਪਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ। ਤਾਂ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ? ਤਾਂ 1911 ਇਹਦਾ ਸਹੀ ਆਨਸਰ ਹੈ। 1911 ਦੇ ਵਿੱਚ ਬਣੀ ਸੀ, ਕਿਉਂਕਿ ਦਿੱਲੀ ਦਰਬਾਰ ਬੁਲਾਇਆ ਗਿਆ ਸੀ ਉਸ ਟਾਈਮ 'ਤੇ, ਠੀਕ ਹੈ ਜੀ। ਤਾਂ ਦਿੱਲੀ ਦਰਬਾਰ ਉਸ ਟਾਈਮ 'ਤੇ ਬੁਲਾਇਆ ਗਿਆ ਸੀ, ਜਿਹਦੇ ਵਿੱਚ ਕਿਹਨੇ ਬੁਲਾਇਆ ਸੀ? ਇਹ ਹਾਰਡਿੰਗ ਨੇ ਬੁਲਾਇਆ ਸੀਗਾ। ਤਾਂ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ। ਤਾਂ ਜਾਰਜ 5 ਉੱਥੇ ਆਇਆ ਸੀ, ਅਤੇ ਇੱਕ ਅੰਗਰੇਜ਼ ਉਹਨੂੰ ਇਨਵਾਈਟ ਕੀਤਾ ਗਿਆ ਸੀ, ਅਤੇ ਉਹਦੀ ਇੱਕ ਵਾਈਫ ਆਈ ਸੀ ਕੁਈਨ ਮੇਰੀ, ਠੀਕ ਹੈ ਜੀ। ਤਾਂ ਇਹ 2 ਬੰਦੇ ਉਸ ਟਾਈਮ 'ਤੇ ਪਹੁੰਚੇ ਸੀ ਦਿੱਲੀ ਦਰਬਾਰ ਦੇ ਵਿੱਚ। ਤਾਂ ਉਸ ਟਾਈਮ 1911 ਦੇ ਵਿੱਚ ਜਿਹੜੀ ਬੰਗਾਲ ਦਾ ਵਿਭਾਜਨ ਹੋਇਆ ਸੀ 1905 ਦੇ ਵਿੱਚ, ਉਹਨੂੰ ਵੀ ਮਤਲਬ ਦੁਬਾਰਾ ਉਹ ਕਹਿੰਦੇ ਅਸੀਂ ਮਤਲਬ ਦੁਬਾਰਾ ਔਰਗੇਨਾਈਜ਼ ਕਰਾਂਗੇ, ਬੰਗਾਲ ਨੂੰ ਇੱਕ ਕੀਤਾ ਜਾਊਗਾ ਦੁਬਾਰਾ। ਜਿਹੜਾ 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋਈ ਸੀ, ਤਾਂ ਇਹ ਕਹਿੰਦੇ ਵੀ 1911 ਦੇ ਵਿੱਚ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਉਹ ਜਿਹੜੀ ਵੰਡ ਕੀਤੀ ਸੀ ਉਹਨੂੰ ਦੁਬਾਰਾ ਅਸੀਂ ਇੱਕ ਕਰਦੇ ਹਾਂ। ਬਟ ਇਹ ਇਹਨਾਂ ਦਾ ਇੱਕ ਖੋਖਲੇ ਵਾਅਦੇ ਸੀ, ਠੀਕ ਹੈ ਜੀ, ਕਿਉਂਕਿ ਇੱਕ ਵਾਰ ਚੀਜ਼ ਜਦੋਂ ਵੰਡੀ ਜਾਂਦੀ ਹੈ ਤਾਂ ਉਹਨੂੰ ਦੁਬਾਰਾ ਇੱਕ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਤਾਂ ਸਿਰਫ ਇਹਨਾਂ ਦੀਆਂ ਗੱਲਾਂ ਸੀ। ਤਾਂ 1911 ਦੇ ਵਿੱਚ ਇਹਨਾਂ ਨੇ ਦਿੱਲੀ ਦਰਬਾਰ ਬੁਲਾਇਆ ਸੀ, ਅਤੇ ਕਲਕੱਤਾ ਤੋਂ ਆਪਣੀ ਰਾਜਧਾਨੀ ਜਿਹੜੀ ਬਣਾਤੀ ਸੀ 1911 ਦੇ ਵਿੱਚ ਦਿੱਲੀ ਬਣਾਤੀ ਸੀ, ਠੀਕ ਹੈ ਜੀ। ਤਾਂ ਕਈ ਇੱਥੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਦਿੱਲੀ ਤੋਂ ਪਹਿਲਾਂ ਆਪਣੀ ਰਾਜਧਾਨੀ ਕਿਹੜੀ ਸੀ, ਤਾਂ ਕਈ ਸਟੂਡੈਂਟ ਇੱਥੇ ਲਾਹੌਰ ਲਗਾ ਕੇ ਆਉਂਦੇ। ਲਾਹੌਰ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ ਪੰਜਾਬ ਦੀ, ਠੀਕ ਹੈ ਜੀ। ਤਾਂ ਬਟ ਇਸ ਤੋਂ ਪਹਿਲਾਂ ਆਪਣੀ ਕਲਕੱਤਾ ਸੀ, ਅਤੇ ਉਸ ਤੋਂ ਬਾਅਦ ਦਿੱਲੀ ਬਣਾਤੀ ਸੀ 1911 ਦੇ ਵਿੱਚ। ਤਾਂ ਦਿੱਲੀ ਦਰਬਾਰ ਔਰਗੇਨਾਈਜ਼ਡ। ਤਾਂ ਆਨਸਰ ਨੰਬਰ 1 ਇਹਦਾ ਆਨਸਰ ਹੈ 1911। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਕਿਤਾਬ ਕਿਸ ਨੇ ਲਿਖੀ? ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਬੁੱਕ ਇਜ਼ ਰਿਟਨ ਬਾਈ ਹੂਮ? ਜਵਾਹਰ ਲਾਲ ਨਹਿਰੂ, ਬਦਰੁਦੀਨ ਤਈਅਬ ਜੀ, ਦਾਦਾ ਭਾਈ ਨਹਿਰੂ ਜੀ ਜਾਂ ਜਾਰਜ ਯੂਲ? ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਕਿਤਾਬ ਬਹੁਤ ਵਾਰ ਹਰ ਵਾਰ ਇਹ ਪੁੱਛੀ ਜਾਂਦੀ ਹੈ ਪੇਪਰਾਂ ਦੇ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਬੁੱਕ ਬਾਰੇ, ਠੀਕ ਹੈ ਜੀ। ਤਾਂ ਇਹ ਕਿਹਦੀ ਬੁੱਕ ਹੈ? ਇਹ
ਦਾਦਾ ਭਾਈ ਨਹਿਰੂ ਜੀ ਦੀ ਬੁੱਕ ਹੈ। ਠੀਕ ਹੈ ਜੀ। ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਇਹਦੇ ਬਾਰੇ ਬਾਰ-ਬਾਰ ਪੁੱਛਿਆ ਜਾਂਦਾ ਤੁਹਾਨੂੰ। ਠੀਕ ਹੈ ਜੀ। ਤਾਂ ਦਾਦਾ ਭਾਈ ਨਹਿਰੂ ਜੀ ਨੇ ਇਹ ਬੁੱਕ ਲਿਖੀ ਹੈ, ਤਾਂ ਆਨਸਰ ਨੰਬਰ 3 ਆਊਗਾ। ਤਾਂ ਇਹਨਾਂ ਨੇ ਇੱਕ ਆਪਾਂ ਨੂੰ ਆਈਡੀਆ ਵੀ ਦਿੱਤਾ ਸੀਗਾ, ਇਹ ਦੱਸਿਆ ਸੀ ਮਤਲਬ ਡਰੇਨ ਆਫ ਵੈਲਥ ਦੇ ਬਾਰੇ। ਇਹ ਵੀ ਬਹੁਤ ਵਾਰ ਤੁਹਾਨੂੰ ਪੁੱਛਿਆ ਗਿਆ ਹੈ ਕਿ ਡਰੇਨ ਆਫ ਵੈਲਥ ਦਾ ਕਨਸੈਪਟ ਕਿਹਨਾਂ ਨੇ ਦਿੱਤਾ ਸੀ, ਕਿਹਨਾਂ ਨੇ ਦੱਸਿਆ ਸੀ ਕਿ ਆਪਣਾ ਡਰੇਨ ਆਫ ਵੈਲਥ ਹੋ ਰਿਹਾ ਹੈ, ਮਤਲਬ ਜਿਹੜਾ ਆਪਣਾ ਇੰਡੀਆ ਦਾ ਪੈਸਾ ਹੈ ਉਹ ਬਾਹਰ ਜਾ ਰਿਹਾ ਹੈ, ਅੰਗਰੇਜ਼ ਉਹਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ। ਤਾਂ ਡਰੇਨ ਆਫ ਵੈਲਥ ਬਾਰੇ ਕਿਹਨਾਂ ਨੇ ਦੱਸਿਆ ਸੀ, ਦਾਦਾ ਭਾਈ ਨਹਿਰੂ ਜੀ ਨੇ ਦੱਸਿਆ ਸੀ। ਇੱਕ ਦਾਦਾ ਭਾਈ ਨਹਿਰੂ ਜੀ ਦੇ ਬਾਰੇ ਹੋਰ ਚੀਜ਼ ਤੁਸੀਂ ਯਾਦ ਰੱਖਣੀ, ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ, ਗ੍ਰੈਂਡ ਓਲਡ ਮੈਨ ਆਫ ਇੰਡੀਆ। ਗ੍ਰੈਂਡ ਓਲਡ ਮੈਨ ਆਫ ਇੰਡੀਆ ਇਹਨਾਂ ਨੂੰ ਕਿਹਾ ਜਾਂਦਾ ਦਾਦਾ ਭਾਈ ਨਹਿਰੂ ਜੀ ਨੂੰ। ਠੀਕ ਹੈ ਜੀ। ਇਹਨਾਂ ਬਾਰੇ ਕੁਐਸਚਨ ਇਹ ਆਉਂਦਾ ਹੈਗਾ ਕਿ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨਾਂ ਨੂੰ ਕਿਹਾ ਜਾਂਦਾ, ਤਾਂ ਦਾਦਾ ਭਾਈ ਨਹਿਰੂ ਜੀ ਨੂੰ। ਤਾਂ ਆਨਸਰ ਨੰਬਰ 3 ਇਹਦਾ ਆਨਸਰ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ, ਵੈਨ ਦੀ ਵਰਲਡ ਪਾਪੂਲੇਸ਼ਨ ਡੇ ਇਜ਼ ਸੈਲੀਬ੍ਰੇਟਡ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਇਹਦੇ ਬਾਰੇ ਤੁਹਾਨੂੰ ਡਾਇਰੈਕਟ ਪੁੱਛਿਆ ਜਾਊਗਾ ਕਿਉਂਕਿ ਡੇ ਆਪਾਂ ਨੂੰ ਹਰ ਵਾਰ ਪੁੱਛਦੇ ਨੇ ਪੇਪਰਾਂ ਦੇ ਵਿੱਚ, ਇਹ ਕੁਐਸਚਨ ਆਉਂਦੇ ਹੀ ਆਉਂਦੇ ਨੇ। ਤਾਂ ਜਿੰਨੇ ਵੀ ਇੰਪੋਰਟੈਂਟ ਨੇ ਉਹ ਵੀ ਆਪਾਂ ਸਾਰੇ ਤੁਹਾਡੇ ਨਾਲ ਡਿਸਕਸ ਕਰਾਂਗੇ। ਤਾਂ ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ, ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। 11 ਜੁਲਾਈ ਨੂੰ ਮਨਾਇਆ ਜਾਂਦਾ। ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। 11 ਜੁਲਾਈ ਨੂੰ ਹਰ ਸਾਲ ਵਿਸ਼ਵ ਜਨਸੰਖਿਆ ਦਿਵਸ, ਵਰਲਡ ਪਾਪੂਲੇਸ਼ਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਵਿਸ਼ਵ ਓਜ਼ੋਨ ਦਿਵਸ ਕਦੋਂ ਮਨਾਇਆ ਜਾਂਦਾ ਹੈ, ਵੈਨ ਦੀ ਵਰਲਡ ਓਜ਼ੋਨ ਡੇ ਇਜ਼ ਸੈਲੀਬ੍ਰੇਟਡ। ਓਜ਼ੋਨ ਦਿਵਸ ਕਿਉਂ ਮਨਾਉਂਦੇ ਨੇ, ਕਿਉਂਕਿ ਓਜ਼ੋਨ ਦੀ ਰੱਖ ਰਖਾਵ ਦੇ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਓਜ਼ੋਨ ਜਿਹੜੀ ਆਪਣੀ ਪਰਤ ਹੈ ਉਹ ਦਿਨੋਂ ਦਿਨ ਆਪਣੀ ਨਸ਼ਟ ਹੋ ਰਹੀ ਹੈ। ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ 2 ਕੁਐਸਚਨ ਤੁਹਾਡੇ ਸਾਇੰਸ ਦੇ ਜਿਹੜੇ ਬਣਦੇ ਨੇ ਉਹ ਵੀ ਤੁਸੀਂ ਨਾਲ ਨਾਲ ਕਵਰ ਕਰ ਲਓ। ਇਹ ਨਹੀਂ ਕਿ ਆਪਾਂ ਇੱਕ ਕੁਐਸਚਨ ਕਵਰ ਕਰਦੇ ਹਾਂ, ਇਹਦੇ ਨਾਲ ਆਪਾਂ ਜਿੰਨਾ ਵੀ ਇਹਦਾ ਨਿਚੋੜ ਹੁੰਦਾ ਉਹ ਵੀ ਤੁਹਾਨੂੰ ਆਪਾਂ ਨਾਲ ਨਾਲ ਕਵਰ ਕਰਵਾ ਰਹੇ ਹਾਂ। ਓਜ਼ੋਨ ਦੇ ਵਿੱਚੋਂ ਜਿਹੜੇ ਕੁਐਸਚਨ ਬਣਦੇ ਹੁੰਦੇ ਨੇ ਉਹ ਇਹ ਬਣਦੇ ਨੇ, ਸਭ ਤੋਂ ਪਹਿਲਾਂ ਤੁਹਾਨੂੰ ਓਜ਼ੋਨ ਪਰਤ ਦਾ ਪਤਾ ਹੋਣਾ ਚਾਹੀਦਾ ਕਿ ਕਿਹੜੀ ਵਾਤਾਵਰਣ ਦੀ ਕਿਹੜੀ ਪਰਤ ਦੇ ਵਿੱਚ ਆਪਣੀ ਓਜ਼ੋਨ ਲੇਅਰ ਹੈਗੀ ਹੈ। ਠੀਕ ਹੈ ਜੀ। ਤਾਂ ਉਹ ਕਿਹੜੀ ਦੇ ਵਿੱਚ ਹੈ, ਤਾਂ ਉਹ ਹੈਗੀ ਆਪਣੀ ਸਟ੍ਰੈਟੋਸਫੀਅਰ ਦੇ ਵਿੱਚ। ਠੀਕ ਹੈ ਜੀ। ਤਾਂ ਸਟ੍ਰੈਟੋਸਫੀਅਰ ਦੇ ਵਿੱਚ ਉਹ ਆਪਣੀ, ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਸਟ੍ਰੈਟੋਸਫੀਅਰ ਦੇ ਵਿੱਚ ਇਹ ਆਪਣੀ ਪਰਤ ਹੈਗੀ ਓਜ਼ੋਨ ਹੈ ਜਿਹੜੀ। ਠੀਕ ਹੈ ਜੀ। ਤਾਂ ਸਟ੍ਰੈਟੋਸਫੀਅਰ ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ, ਇਹ ਪੂਰਾ ਇੱਥੇ ਨਹੀਂ ਮਤਲਬ ਲਿਖਿਆ ਨਹੀਂ ਗਿਆ, ਇਹ ਤੁਸੀਂ ਨੋਟ ਕਰ ਲਿਓ। ਸਟ੍ਰੈਟੋਸਫੀਅਰ ਬਸ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਤਾਂ ਸਟ੍ਰੈਟੋਸਫੀਅਰ ਦੇ ਵਿੱਚ ਇਹ ਆਪਣੀ ਪਰਤ ਹੈ ਸਮਤਾਪ ਮੰਡਲ ਦੇ ਵਿੱਚ, ਪੰਜਾਬੀ ਦੇ ਵਿੱਚ ਉਹਨੂੰ ਸਮਤਾਪ ਮੰਡਲ ਕਿਹਾ ਜਾਂਦਾ। ਅਤੇ ਓਜ਼ੋਨ ਪਰਤ ਨੂੰ ਜਿਹੜਾ ਮਤਲਬ ਜਿਹੜੀ ਚੀਜ਼ ਖਤਮ ਕਰਦੀ ਹੈ ਉਹ ਕੀ ਹੈ, ਉਹਦਾ ਮੇਨ ਕਾਰਨ ਕੀ ਹੈ, ਉਹ ਆਪਣੀ ਕਲੋਰੋਫਲੋਰੋ ਕਾਰਬਨ। ਠੀਕ ਹੈ ਜੀ। ਤਾਂ ਕਲੋਰੋਫਲੋਰੋ ਕਾਰਬਨ ਹੈ ਉਹਦਾ ਨਾਮ, ਉਹ ਗੈਸ ਦਾ ਨਾਮ। ਠੀਕ ਹੈ ਜੀ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਇਹ ਮੈਨੂੰ ਮਤਲਬ ਟੁੱਟਵੇਂ ਅੱਖਰ ਪਾਉਣੇ ਪੈ ਰਹੇ ਆ ਕਿਉਂਕਿ ਮੇਰੇ ਕੋਲ ਮਤਲਬ ਆਪਾਂ ਬਲੈਕ ਬੋਰਡ ਵੀ ਆਪਾਂ ਹੌਲੀ ਹੌਲੀ ਵਾਈਟ ਬੋਰਡ ਸੌਰੀ ਆਪਾਂ ਉਹ ਜਿਹੜਾ ਲਾਈਟ ਪੈਨ ਹੁੰਦਾ ਹੈਗਾ ਉਹ ਆਪਾਂ ਹੌਲੀ ਹੌਲੀ ਆਪਾਂ ਅਰੇਂਜ ਕਰ ਲੈਣਾ। ਠੀਕ ਹੈ ਜੀ। ਤਾਂ ਉਹਨਾਂ ਟਾਈਮ ਤੁਸੀਂ ਥੋੜ੍ਹਾ ਐਡਜਸਟ ਕਰਿਓ। ਤਾਂ ਕਲੋਰੋਫਲੋਰੋ ਕਾਰਬਨ ਉਹਦਾ ਗੈਸ ਦਾ ਨਾਮ ਹੈ। ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ, ਜਿਹੜੀ ਇਹਦੀ ਮੇਨ ਜ਼ਿੰਮੇਵਾਰ ਗੈਸ ਹੈ। ਠੀਕ ਹੈ ਜੀ। ਜਿਹੜੀ ਇਹਨੂੰ ਖਤਮ ਕਰਦੀ ਹੈ। ਤਾਂ ਕਦੋਂ ਮਨਾਇਆ ਜਾਂਦਾ ਇਹ ਵਿਸ਼ਵ ਓਜ਼ੋਨ ਦਿਵਸ, ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊ। ਤਾਂ ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ। 16 ਸੈਪਟੈਂਬਰ ਨੂੰ ਇਹ ਡੇ ਮਨਾਇਆ ਜਾਂਦਾ ਹੈ। 16 ਸੈਪਟੈਂਬਰ ਨੂੰ ਓਜ਼ੋਨ ਡੇ। ਠੀਕ ਹੈ ਜੀ। ਤਾਂ ਵਰਲਡ ਓਜ਼ੋਨ ਡੇ ਮਨਾਇਆ ਜਾਂਦਾ 16 ਸੈਪਟੈਂਬਰ ਨੂੰ। ਇਹਦੇ ਨਾਲ ਆਪਾਂ ਸਾਰੇ ਕੁਐਸਚਨ ਤੁਹਾਡੇ ਕਵਰ ਕਰਵਾ ਦਿੱਤੇ ਨੇ। ਦੁੱਧਵਾ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ, ਦੁੱਧਵਾ ਨੈਸ਼ਨਲ ਪਾਰਕ ਇਜ਼ ਲੋਕੇਟਡ ਇਨ ਵਿਚ ਸਟੇਟ, ਰਾਜਸਥਾਨ, ਉੱਤਰ ਪ੍ਰਦੇਸ਼, ਤਮਿਲਨਾਡੂ ਜਾਂ ਬੰਗਲਾਦੇਸ਼। ਤਾਂ ਇਹਦਾ ਜਿਹੜਾ ਆਨਸਰ ਨੰਬਰ 2 ਆਊਗਾ, ਉੱਤਰ ਪ੍ਰਦੇਸ਼ ਹੈ ਦੁੱਧਵਾ। ਤੁਸੀਂ ਐਵੇਂ ਯਾਦ ਕਰ ਸਕਦੇ ਹੋ ਕਿ ਦੁੱਧ ਸਭ ਤੋਂ ਵੱਧ ਕਿੱਥੇ ਹੈ, ਮਿਲਕ ਦੀ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡਾ ਰਾਜ ਹੈ। ਠੀਕ ਹੈ ਜੀ। ਤਾਂ ਦੁੱਧਵਾ ਨੈਸ਼ਨਲ ਪਾਰਕ ਕਿੱਥੇ ਹੋਊਗਾ, ਉੱਤਰ ਪ੍ਰਦੇਸ਼ ਦੇ ਵਿੱਚ। ਇਹ ਇੱਕ ਨਿਮੋਨਿਕਸ ਬਣਾ ਕੇ ਤੁਸੀਂ ਯਾਦ ਕਰ ਸਕਦੇ ਹੋ। ਆਨਸਰ ਨੰਬਰ 2। ਓਣਮ ਕਿਹੜੇ ਰਾਜ ਦਾ ਪ੍ਰਸਿੱਧ ਤਿਉਹਾਰ ਹੈ, ਓਣਮ ਇਜ਼ ਦੀ ਫੇਮਸ ਫੈਸਟੀਵਲ ਆਫ ਵਿਚ ਸਟੇਟ, ਤਮਿਲਨਾਡੂ, ਕੇਰਲਾ, ਛੱਤੀਸਗੜ੍ਹ ਜਾਂ ਝਾਰਖੰਡ। ਤਾਂ ਇਹ ਜਿਹੜੇ ਫੈਸਟੀਵਲ ਨੇ, ਡਾਂਸ ਵਗੈਰਾ, ਇਹ ਮੈਂ ਆਲਰੇਡੀ ਪਹਿਲਾਂ ਕਵਰ ਕਰਵਾਏ ਹੋਏ ਨੇ, ਬਟ ਲੂਸੈਂਟ ਜੀਕੇ ਦੇ ਵਿੱਚ ਜਿੰਨੇ ਵੀ ਆਪਾਂ ਨੂੰ ਬਣਨਗੇ ਕੁਐਸਚਨ ਉਹ ਆਪਾਂ ਕਵਰ ਕਰਾਂਗੇ। ਠੀਕ ਹੈ ਜੀ। ਤਾਂ ਜਿਹੜਾ ਓਣਮ ਫੈਸਟੀਵਲ ਹੈ ਇਹ ਕੇਰਲਾ ਦਾ। ਠੀਕ ਹੈ ਜੀ। ਆਨਸਰ ਨੰਬਰ 2 ਆਊਗਾ ਇਹਦਾ। ਤਾਂ ਆਨਸਰ ਨੰਬਰ 2 ਇਹਦਾ ਆਨਸਰ ਹੈ। ਓਣਮ ਕਿੱਥੇ ਮਨਾਇਆ ਜਾਂਦਾ ਹੈ, ਕੇਰਲਾ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਐਨੀ ਬੇਸੈਂਟ ਨੇ ਹੋਮ ਰੂਲ ਲੀਗ ਕਿੱਥੋਂ ਸ਼ੁਰੂ ਕੀਤੀ, ਐਨੀ ਬੇਸੈਂਟ ਸਟਾਰਟ ਦੀ ਹੋਮ ਰੂਲ ਲੀਗ ਫਰੋਮ ਪੂਨੇ, ਮਦਰਾਸ, ਇਲਾਹਾਬਾਦ ਜਾਂ ਦਿੱਲੀ। ਠੀਕ ਹੈ ਜੀ। ਹੋਮ ਰੂਲ ਲੀਗ ਆਪਣੇ ਚੱਲੀ ਸੀ, ਬਾਲ ਗੰਗਾਧਰ ਤਿਲਕ ਨੇ ਚਲਾਈ ਸੀ ਵੈਸੇ ਇਹ। ਤਾਂ ਐਨੀ ਬੇਸੈਂਟ ਵੀ ਇਹਦਾ ਹਿੱਸਾ ਬਣੀ ਸੀ। ਐਨੀ ਬੇਸੈਂਟ ਕਿੱਥੋਂ ਆਈ ਸੀ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਆਇਰਲੈਂਡ ਦੀ ਇੱਕ ਲੇਡੀ ਸੀ। ਠੀਕ ਹੈ ਜੀ। ਆਇਰਲੈਂਡ ਦੀ ਲੇਡੀ ਸੀ ਇਹ, ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ।
ਆਇਰਿਸ਼ ਮਹਿਲਾ ਸੀਗੀ ਇਹ, ਆਇਰਿਸ਼ ਮਹਿਲਾ ਵੀ ਇਹਨੂੰ ਕਿਹਾ ਜਾਂਦਾ। ਤਾਂ ਆਇਰਲੈਂਡ ਦੀ ਰਹਿਣ ਵਾਲੀ ਸੀ ਇਹ ਆਪਣੇ ਆਈ ਸੀ। ਇਹਨੇ ਕਾਂਗਰਸ ਦੇ ਵਿੱਚ ਵੀ ਇਹਨੇ ਸੈਸ਼ਨ ਅਟੈਂਡ ਕੀਤੇ ਸੀ, ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ ਐਨੀ ਬੇਸੈਂਟ ਦੇ ਬਾਰੇ। ਤਾਂ ਇਹਨੇ ਕਿੱਥੋਂ ਚਲਾਈ ਸੀ ਹੋਮ ਰੂਲ ਲੀਗ? ਇਹਨੇ ਚਲਾਈ ਸੀ ਮਦਰਾਸ ਤੋਂ, ਠੀਕ ਹੈ ਜੀ। ਤਾਂ ਮਦਰਾਸ ਤੋਂ ਇਹਨੇ ਚਲਾਈ ਸੀ। ਆਨਸਰ ਨੰਬਰ 2 ਇਹਦਾ ਆਨਸਰ ਆਊਗਾ। ਤਾਂ ਨੀਚੇ ਮੈਂ ਇਹਦੇ ਬਾਰੇ ਸਾਰਾ ਨੋਟ ਕੀਤਾ ਹੈ। ਆਨਸਰ ਨੰਬਰ 2 ਇਹਦਾ ਆਨਸਰ ਆਊ ਮਦਰਾਸ ਦੇ ਵਿੱਚੋਂ। ਮਦਰਾਸ ਦੇ ਵਿੱਚੋਂ ਤੁਹਾਨੂੰ ਜਗ੍ਹਾ ਪੁੱਛ ਲੈਣਗੇ ਕਿ ਕਿੱਥੋਂ, ਤਾਂ ਅਦਿਆਰ ਦੇ ਵਿੱਚੋਂ, ਠੀਕ ਹੈ ਜੀ। ਮਦਰਾਸ ਦਾ ਇੱਕ ਟਾਊਨ ਹੈ ਅਦਿਆਰ, ਇੱਥੋਂ ਚਲਾਈ ਸੀ ਇਹਨੇ ਮਦਰਾਸ ਦੇ ਅਦਿਆਰ ਚੋਂ। 1916 ਦੇ ਵਿੱਚ ਇਹ ਚੱਲੀ ਸੀ। ਅਤੇ ਬਾਲ ਗੰਗਾਧਰ ਤਿਲਕ ਨੇ ਕਿੱਥੋਂ ਚਲਾਈ ਸੀ? ਪੂਨੇ ਤੋਂ ਚਲਾਈ ਸੀ। ਅਤੇ ਜੇਕਰ ਪੂਨੇ ਦੇ ਵਿੱਚੋਂ ਤੁਹਾਨੂੰ ਸ਼ਹਿਰ ਪੁੱਛਿਆ ਜਾਵੇ ਤਾਂ ਬੇਲਗਾਮ ਤੋਂ, ਠੀਕ ਹੈ ਜੀ। ਬੇਲਗਾਮ ਤੋਂ ਚਲਾਈ ਸੀ ਬਾਲ ਗੰਗਾਧਰ ਤਿਲਕ ਨੇ, ਠੀਕ ਹੈ ਜੀ। ਇਹਨੇ ਚਲਾਈ ਸੀ ਮਦਰਾਸ ਅਦਿਆਰ ਤੋਂ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਹਾਤਮਾ ਗਾਂਧੀ ਜੀ ਨੇ ਅਹਿਮਦਾਬਾਦ ਵਿਖੇ ਸਾਬਰਮਤੀ ਆਸ਼ਰਮ ਕਦੋਂ ਬਣਾਇਆ? ਇਹਦੀ ਡੇਟ ਤੁਹਾਨੂੰ ਪੁੱਛ ਸਕਦੇ ਨੇ। ਵੈਨ ਮਹਾਤਮਾ ਗਾਂਧੀ ਆਰਗੇਨਾਈਜ਼ ਸਾਬਰਮਤੀ ਆਸ਼ਰਮ ਐਟ ਅਹਿਮਦਾਬਾਦ, ਠੀਕ ਹੈ ਜੀ। ਤਾਂ 1915 ਦੇ ਵਿੱਚ ਆਪਣੇ ਮਹਾਤਮਾ ਗਾਂਧੀ ਆਏ ਸੀ ਇੰਡੀਆ, ਸਾਊਥ ਅਫਰੀਕਾ ਤੋਂ ਆਏ ਸੀ, ਠੀਕ ਹੈ ਜੀ। ਤਾਂ 1915 ਦੇ ਵਿੱਚ ਇਹ ਆਏ ਸੀ ਸਾਊਥ ਅਫਰੀਕਾ ਤੋਂ। ਇਹਦੇ ਬਾਰੇ ਪੁੱਛਿਆ ਜਾਂਦਾ ਬਹੁਤ ਵਾਰ ਕਿ ਇਹ ਕਿੱਥੋਂ ਆਏ ਸੀਗੇ, ਠੀਕ ਹੈ ਜੀ। ਤਾਂ ਸਾਊਥ ਅਫਰੀਕਾ ਤੋਂ ਆਏ ਸੀਗੇ ਇਹ। ਤਾਂ ਉੱਥੇ ਵੀ ਇਹਨਾਂ ਨੇ ਬਹੁਤ ਸੱਤਿਆਗ੍ਰਹਿ ਲਾਂਚ ਕੀਤੇ ਸੀ ਸਾਊਥ ਅਫਰੀਕਾ ਦੇ ਵਿੱਚ। ਤਾਂ ਕਦੋਂ ਬਣਾਇਆ ਸੀ? ਤਾਂ ਆਨਸਰ ਨੰਬਰ 2 ਆਊਗਾ। 1916 ਦੇ ਵਿੱਚ ਇਹ ਬਣਾਇਆ ਸੀ, ਠੀਕ ਹੈ ਜੀ। 1916 ਦੇ ਵਿੱਚ ਸਾਬਰਮਤੀ ਆਸ਼ਰਮ ਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਉਸ ਤੋਂ ਬਾਅਦ 1917 ਦੇ ਵਿੱਚ ਇਹਨਾਂ ਨੇ ਸੱਤਿਆਗ੍ਰਹਿ ਵੀ ਲਾਂਚ ਕਰਤਾ ਸੀ ਚੰਪਾਰਣ, ਠੀਕ ਹੈ ਜੀ। ਤਾਂ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 2 ਆਊਗਾ। 1916 ਦੇ ਵਿੱਚ ਸਾਬਰਮਤੀ ਆਸ਼ਰਮ ਬਣਾਇਆ ਸੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿਲਵਰ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ? ਸਿਲਵਰ ਰੈਵੋਲਿਊਸ਼ਨ ਇਜ਼ ਰਿਲੇਟਡ ਟੂ ਐਗ ਪ੍ਰੋਡਕਸ਼ਨ, ਜੂਟ ਪ੍ਰੋਡਕਸ਼ਨ, ਆਇਲ ਸੀਡ ਪ੍ਰੋਡਕਸ਼ਨ ਜਾਂ ਫਿਸ਼ ਪ੍ਰੋਡਕਸ਼ਨ, ਠੀਕ ਹੈ ਜੀ। ਤਾਂ ਐਗ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਹੈ। ਆਨਸਰ ਨੰਬਰ 1 ਆਊਗਾ ਇਹਦਾ, ਜਿਹੜਾ ਸਿਲਵਰ ਹੈ, ਠੀਕ ਹੈ ਜੀ। ਆਨਸਰ ਨੰਬਰ 1 ਆਊਗਾ ਐਗ ਪ੍ਰੋਡਕਸ਼ਨ ਦੇ ਨਾਲ, ਠੀਕ ਹੈ ਜੀ। ਜੂਟ ਦੇ ਨਾਲ ਕੀ ਹੈ? ਸਿਲਵਰ ਫਾਈਬਰ, ਠੀਕ ਹੈ ਜੀ। ਆਇਲ ਸੀਡ ਦੇ ਨਾਲ ਯੈਲੋ, ਅਤੇ ਫਿਸ਼ ਦੇ ਨਾਲ ਬਲੂ ਰੈਵੋਲਿਊਸ਼ਨ, ਠੀਕ ਹੈ ਜੀ। ਤਾਂ ਅਲੱਗ-ਅਲੱਗ ਇਹ ਤੁਹਾਨੂੰ ਰੈਵੋਲਿਊਸ਼ਨ ਪੁੱਛੇ ਜਾਣਗੇ, ਹਰ ਵਾਰ ਪੁੱਛੇ ਜਾਂਦੇ ਨੇ, ਅਤੇ ਇਹਦੇ ਵਿੱਚ ਆਪਾਂ ਲੈਕ ਕਰ ਜਾਂਦੇ ਹਾਂ। ਤਾਂ ਸਿਲਵਰ ਕ੍ਰਾਂਤੀ ਕਿਹਦੇ ਨਾਲ ਹੈ? ਐਗ ਪ੍ਰੋਡਕਸ਼ਨ। ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੋਲ ਕ੍ਰਾਂਤੀ, ਠੀਕ ਹੈ ਜੀ। ਰਾਊਂਡ ਰੈਵੋਲਿਊਸ਼ਨ, ਇਹਦੇ ਬਾਰੇ ਬਹੁਤ ਪੁੱਛਦੇ ਆ, ਇਹ ਕਿਹਦੇ ਨਾਲ ਰਿਲੇਟਡ ਹੈ? ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਪੋਟੈਟੋ, ਜੂਟ, ਆਇਲ ਸੀਡ ਜਾਂ ਫਿਸ਼। ਤਾਂ ਫਿਸ਼ ਦੇ ਨਾਲ ਕਿਹੜਾ ਰੈਵੋਲਿਊਸ਼ਨ ਹੈ? ਬਲੂ। ਆਇਲ ਸੀਡ ਦੇ ਨਾਲ ਯੈਲੋ, ਜੂਟ ਦੇ ਨਾਲ ਸਿਲਵਰ ਫਾਈਬਰ, ਅਤੇ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊਗਾ ਪੋਟੈਟੋ ਪ੍ਰੋਡਕਸ਼ਨ। ਆਲੂ ਦੀ ਜਿਹੜੀ ਆਪਾਂ ਖੇਤੀ ਕਰਦੇ ਹਾਂ, ਆਲੂ ਦੀ ਪ੍ਰੋਡਕਸ਼ਨ ਕਰਦੇ ਹਾਂ, ਉਹਦੇ ਨਾਲ ਰਿਲੇਟਡ ਆਪਣੀ ਗੋਲ ਕ੍ਰਾਂਤੀ, ਰਾਊਂਡ ਰੈਵੋਲਿਊਸ਼ਨ, ਠੀਕ ਹੈ ਜੀ। ਇਹਦੇ ਬਾਰੇ ਇਹ ਬਹੁਤ ਵਾਰ ਪੁੱਛੀ ਗਈ ਹੈ, ਅਤੇ ਇਹਦੇ ਵਿੱਚ ਸਟੂਡੈਂਟ ਗਲਤ ਕਰ ਆਉਂਦੇ ਨੇ। ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੀਲੀ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ? ਯੈਲੋ ਰੈਵੋਲਿਊਸ਼ਨ ਇਜ਼ ਰਿਲੇਟਡ ਟੂ ਪੋਟੈਟੋ, ਜੂਟ, ਆਇਲ ਸੀਡ ਜਾਂ ਫਿਸ਼। ਤਾਂ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਆਇਆ। ਆਇਲ ਸੀਡ ਪ੍ਰੋਡਕਸ਼ਨ, ਤੇਲ ਵਾਲੇ ਜਿਹੜੇ ਬੀਜ ਹੁੰਦੇ ਨੇ ਜਿਹਦੇ ਵਿੱਚੋਂ ਤੇਲ ਨਿਕਲਦਾ, ਤਾਂ ਉਹਦੇ ਨਾਲ ਯੈਲੋ ਪ੍ਰੋਡਕਸ਼ਨ ਮਤਲਬ ਉਹਦੇ ਨਾਲ ਰਿਲੇਟਡ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 3 ਇਹਦਾ ਆਨਸਰ ਆਊਗਾ, ਠੀਕ ਹੈ ਜੀ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਾਈਫਾਈ ਦਾ ਪੂਰਾ ਨਾਮ ਕੀ ਹੈ? ਵਿਚ ਇਜ਼ ਦੀ ਫੁੱਲ ਫਾਰਮ ਆਫ ਵਾਈਫਾਈ। ਇਹਦੇ ਬਾਰੇ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ, ਠੀਕ ਹੈ ਜੀ। ਕੰਪਿਊਟਰ ਦੇ, ਸਾਇੰਸ ਦੇ, ਬਾਇਓਲੋਜੀ ਦੇ ਜਿੰਨੇ ਵੀ ਤੁਹਾਡੇ ਰਿਲੇਟਡ ਆਪਣੇ ਕੁਐਸਚਨ ਨੇ ਉਹ ਆਪਾਂ ਸਾਰੇ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਵਾਈਫਾਈ ਦਾ ਪੂਰਾ ਨਾਮ ਕੀ ਹੈ? ਇਹ ਬਹੁਤ ਵਾਰ ਪੁੱਛਿਆ ਗਿਆ, ਅਤੇ ਇਹ ਸਟੂਡੈਂਟ ਹਰ ਵਾਰ ਗਲਤ ਕਰਕੇ ਆਉਂਦੇ ਨੇ, ਠੀਕ ਹੈ ਜੀ। ਤਾਂ ਵਾਇਰਲੈਸ ਫਾਈਬਰ, ਵਾਇਰਲੈਸ ਫੈਡਿਲਿਟੀ, ਵਾਇਰਲੈਸ ਫਾਊਂਡਰ ਜਾਂ ਵਾਇਰਲੈਸ ਫਾਈਂਡਰ। ਇਹਦੇ ਬਾਰੇ ਹਰ ਵਾਰ ਤੁਹਾਨੂੰ ਪੁੱਛਦੇ ਨੇ, ਅਤੇ ਹਰ ਵਾਰ ਸਟੂਡੈਂਟ ਗਲਤ ਕਰਕੇ ਆਉਂਦੇ ਨੇ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ ਵਾਇਰਲੈਸ ਫੈਡਿਲਿਟੀ, ਠੀਕ ਹੈ ਜੀ। ਵਾਇਰਲੈਸ ਫੈਡਿਲਿਟੀ ਇਹਦਾ ਕਰੈਕਟ ਆਨਸਰ ਹੈ। ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਤਾਂ ਵਾਇਰਲੈਸ ਫੈਡਿਲਿਟੀ ਇਹਨੂੰ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕੰਪਿਊਟਰ ਦੀ ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ? ਵਿਚ ਇਜ਼ ਦੀ ਫਾਸਟੈਸਟ ਮੈਮਰੀ ਆਫ ਕੰਪਿਊਟਰ। ਇਹ ਵੀ ਹਰ ਵਾਰ ਆਉਂਦਾ, ਅਤੇ ਹਰ ਵਾਰ ਸਟੂਡੈਂਟ ਇਹਨੂੰ ਗਲਤ ਕਰਕੇ ਆਉਂਦੇ ਨੇ। ਤਾਂ ਇਹਦੇ ਵਿੱਚ ਤੁਸੀਂ ਆਪਸ਼ਨ ਦੇ ਅਕੋਰਡਿੰਗ ਜਾਣਾ, ਠੀਕ ਹੈ ਜੀ। ਤਾਂ ਕੈਸ਼ੇ, ਰਜਿਸਟਰ, ਸੈਕੰਡਰੀ ਮੈਮਰੀ ਜਾਂ ਰੈਮ। ਤਾਂ ਕੰਪਿਊਟਰ ਦੀ ਸਭ ਤੋਂ ਤੇਜ਼ ਮੈਮਰੀ ਕਿਹੜੀ ਹੈ? ਇਹਦੇ ਬਾਰੇ ਤੁਹਾਨੂੰ ਹਰ ਵਾਰ ਪੁੱਛਿਆ ਜਾਂਦਾ। ਤਾਂ ਜੇਕਰ ਤੁਸੀਂ ਆਪਸ਼ਨ ਦੇ ਵਿੱਚ ਦੇਖੋਗੇ ਤਾਂ ਇਹਦੇ ਵਿੱਚ ਸਭ ਤੋਂ ਤੇਜ਼ ਕਿਹੜੀ ਹੈ? ਆਨਸਰ ਨੰਬਰ 2 ਆਊਗਾ ਰਜਿਸਟਰ ਮੈਮਰੀ, ਠੀਕ ਹੈ ਜੀ। ਤਾਂ ਰਜਿਸਟਰ ਮੈਮਰੀ ਸਭ ਤੋਂ ਤੇਜ਼ ਮੈਮਰੀ ਹੈ ਕੰਪਿਊਟਰ ਦੀ। ਆਨਸਰ ਨੰਬਰ 2 ਆਊਗਾ। ਇਹਦੇ ਬਾਰੇ ਤੁਹਾਨੂੰ ਹਰ ਵਾਰ ਪੁੱਛਿਆ ਜਾਂਦਾ, ਅਤੇ ਹਰ ਵਾਰ ਤੁਸੀਂ ਇਹ ਗਲਤ ਕਰਕੇ ਆਉਂਦੇ ਹੋ, ਠੀਕ ਹੈ ਜੀ। ਤਾਂ ਰਜਿਸਟਰ, ਜੇਕਰ ਰਜਿਸਟਰ ਤੁਹਾਨੂੰ ਆਪਸ਼ਨ ਦੇ ਵਿੱਚ ਨਾ ਮਿਲੇ ਤਾਂ ਕੈਸ਼ੇ ਮੈਮਰੀ, ਠੀਕ ਹੈ ਜੀ। ਦੂਸਰੇ ਨੰਬਰ 'ਤੇ ਕੈਸ਼ੇ ਮੈਮਰੀ ਆਉਂਦੀ ਹੈ, ਅਤੇ ਪਹਿਲੇ ਨੰਬਰ 'ਤੇ ਰਜਿਸਟਰ ਮੈਮਰੀ ਆਉਂਦੀ ਹੈ। ਤਾਂ ਹਰ ਵਾਰ ਇਹ ਪੁੱਛਿਆ ਜਾਂਦਾ। ਤਾਂ ਆਨਸਰ ਨੰਬਰ 1 ਇਹਦਾ ਆਨਸਰ ਨੰਬਰ 2 ਇਹਦਾ ਆਨਸਰ ਆਊਗਾ, ਠੀਕ ਹੈ ਜੀ। ਤਾਂ ਕਿਉਂਕਿ ਇਹਦੇ ਵਿੱਚ ਰਜਿਸਟਰ ਆਪਣੇ ਅੱਗੇ ਪਿਆ। ਰਜਿਸਟਰ ਆਪਣਾ ਜਿਹੜਾ ਇਹ ਕੈਸ਼ੇ ਮੈਮਰੀ ਤੋਂ ਵੀ ਸਭ ਤੋਂ ਤੇਜ਼ ਹੁੰਦਾ, ਠੀਕ ਹੈ ਜੀ। ਰਜਿਸਟਰ ਆਪਣਾ ਸਭ ਤੋਂ ਤੇਜ਼ ਹੁੰਦਾ, ਕੈਸ਼ੇ ਮੈਮਰੀ ਤੋਂ ਵੀ ਇਹ ਤੇਜ਼ ਹੁੰਦਾ। ਤਾਂ ਆਨਸਰ ਨੰਬਰ 2 ਆਊਗਾ ਇਹਦਾ ਰਜਿਸਟਰ, ਇੱਥੇ ਇਹਦਾ ਆਨਸਰ ਆਊ, ਠੀਕ ਹੈ ਜੀ। ਜੇ ਰਜਿਸਟਰ ਤੁਹਾਨੂੰ ਨਾ ਮਿਲੇ ਤਾਂ ਕੈਸ਼ੇ।
ਤਾਂ ਆਨਸਰ ਨੰਬਰ 2 ਆਊਗਾ ਇਹਦਾ। ਠੀਕ ਹੈ ਜੀ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਲੈਂਡਸਕੇਪ ਅਤੇ ਪੋਰਟਰੇਟ ਕੀ ਹਨ? ਲੈਂਡਸਕੇਪ ਐਂਡ ਪੋਰਟਰੇਟ ਆਰ ਪੇਜ ਲੇਆਊਟ, ਪੇਜ ਓਰੀਐਂਟੇਸ਼ਨ, ਮਾਰਜਨ ਜਾਂ ਸਾਈਜ਼। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਓਰੀਐਂਟੇਸ਼ਨ। ਠੀਕ ਹੈ ਜੀ। ਕਿਉਂਕਿ ਪੋਰਟਰੇਟ ਮਤਲਬ ਪੋਰਟਰੇਟ ਦਾ ਇਸ ਤਰ੍ਹਾਂ ਦਾ ਪੇਜ ਹੁੰਦਾ ਅਤੇ ਲੈਂਡਸਕੇਪ ਹੁੰਦਾ ਇਸ ਤਰ੍ਹਾਂ ਦਾ ਪੇਜ। ਤਾਂ ਪੋਰਟਰੇਟ ਅਤੇ ਲੈਂਡਸਕੇਪ ਇਹ ਕੀ ਨੇ? ਪੇਜ ਨੂੰ ਜਦੋਂ ਆਪਾਂ ਓਰੀਐਂਟੇਸ਼ਨ ਕਰਦੇ ਹਾਂ ਪੇਜ ਨੂੰ, ਠੀਕ ਹੈ, ਤਾਂ ਉਹਨੂੰ ਕਹਿੰਦੇ ਨੇ। ਆਨਸਰ ਨੰਬਰ 2 ਆਊਗਾ ਇਹਦਾ। ਠੀਕ ਹੈ ਜੀ। ਤਾਂ ਆਨਸਰ ਨੰਬਰ 2 ਇਹਦਾ ਆਨਸਰ ਹੈ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਣਾ ਪੂਰਾ ਹੋ ਗਿਆ। 15 ਕੁਐਸਚਨ ਆਪਾਂ ਕਰ ਲਏ ਨੇ ਅਤੇ ਸਾਰੇ ਕੁਐਸਚਨ ਤੁਹਾਡੇ ਬਹੁਤ ਇੰਪੋਰਟੈਂਟ ਨੇ ਅਤੇ ਵਾਰ-ਵਾਰ ਪੁੱਛੇ ਗਏ ਕੁਐਸਚਨ ਨੇ। ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਨੋਟ ਜ਼ਰੂਰ ਕਰਿਓ ਅਤੇ ਕਲਾਸ ਨੂੰ 2-3 ਵਾਰ ਦੇਖ ਕੇ ਇਹਨੂੰ ਰਿਵਾਈਜ਼ ਜ਼ਰੂਰ ਕਰ ਲਿਓ। ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਬੇਸ਼ੱਕ ਉਹ ਪੰਜਾਬ ਦੇ ਹੋਣ, ਬੇਸ਼ੱਕ ਉਹ ਇੰਡੀਆ ਲੈਵਲ ਦੇ ਹੋਣ, ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਦੇਣਗੇ। ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।